ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਕਿ ਅਮਰੀਕਾ ਤੋਂ ਕਿਹੜੀਆਂ ਖਬਰਾਂ ਅੱਜ ਦੇ ਦਿਨ ਖਾਸ ਸਾਹਮਣੇ ਆਈਆਂ। ਅਮਰੀਕਾ ਦੇ 2 ਸਕੂਲਾਂ ਵਿੱਚ ਗੋਲੀਬਾਰੀ ਦੀ ਧਮਕੀ ਮਿਲੀ ਹੈ। ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਸਕੂਲ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ। ਸਾਰੇ ਜਾਣੇ ਸੁਰੱਖਿਅਤ ਦੱਸੇ ਜਾ ਰਹੇ ਨੇ। ਹੁਣ ਤੱਕ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟੈਕਸਸ ਦੇ ਸਕੂਲ ਨੂੰ ਲਾਕਡਾਊਨ ਲਗਾ ਦਿੱਤਾ ਗਿਆ। ਇੱਥੇ ਹਿਊਸਟਨ ਦੇ ਹਾਈ ਸਕੂਲ ਵਿੱਚ ਲਾਕਡਾਊਨ ਲਗਾ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਇੱਥੇ ਪੋਟੈਂਸ਼ੀਅਲ ਥ੍ਰੈਟ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇਹ ਕਾਰਵਾਈ ਕੀਤੀ। ਇਸ ਖਬਰ ਦੀ ਪੁਸ਼ਟੀ ਸਕੂਲ ਆਫੀਸ਼ੀਅਲਸ ਵੱਲੋਂ ਵੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਸ ਸਕੂਲ ਨੂੰ ਲਾਕਡਾਊਨ ਵਿੱਚ ਰੱਖਿਆ ਗਿਆ ਹੈ। ਮੌਜੂਦਾ ਸਮੇਂ ਲਾਅ ਇਨਫੋਰਸਮੈਂਟ ਪ੍ਰੈਜ਼ੈਂਸ ਕੈਂਪਸ ਵਿੱਚ ਦੇਖੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਕਿ ਵਿਦਿਆਰਥੀ ਇੱਥੇ ਸੁਰੱਖਿਅਤ ਨੇ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਨਾ ਹੀ ਇਸ ਬਾਰੇ ਹਿਊਸਟਨ ਪੁਲਿਸ ਡਿਪਾਰਟਮੈਂਟ ਵੱਲੋਂ ਬਹੁਤੀ ਇਨਫੋਰਮੇਸ਼ਨ ਅਜੇ ਤੱਕ ਦੱਸੀ ਗਈ ਹੈ। ਦੱਸ ਦਈਏ ਕਿ ਇਹ ਲਾਕਡਾਊਨ ਉਸ ਵੇਲੇ ਲਗਾਇਆ ਗਿਆ ਜਦੋਂ ਕੈਲੀਫੋਰਨੀਆ ਪੁਲਿਸ ਨੇ ਇੱਕ ਟੀਨੇਜਰ ਨੂੰ ਗ੍ਰਿਫਤਾਰ ਕੀਤਾ, ਜਿਸ ਨੇ 2 ਅਲੱਗ-ਅਲੱਗ ਸਕੂਲਾਂ ਵਿੱਚ ਗੋਲੀਬਾਰੀ ਸੰਬੰਧੀ ਧਮਕੀ ਦਿੱਤੀ ਸੀ। ਪੁਲਿਸ ਵੱਲੋਂ ਫਿਲਹਾਲ ਧਮਕੀ ਦੇਣ ਵਾਲੇ ਦੀ ਪਹਿਚਾਣ ਤਾਂ ਜਨਤਕ ਨਹੀਂ ਕੀਤੀ ਗਈ, ਪਰ ਇਹ ਜ਼ਰੂਰ ਦੱਸਿਆ ਗਿਆ ਕਿ ਉਸ ਦੀ ਉਮਰ 17 ਸਾਲ ਦੇ ਕਰੀਬ ਹੈ। ਪੁਲਿਸ ਉਸ ਦੇ ਘਰ ਵਿੱਚ ਗਈ ਤਾਂ ਉਹਨਾਂ ਨੇ ਇੱਥੇ ਟੀਨੇਜਰ ਨੂੰ ਗ੍ਰਿਫਤਾਰ ਕੀਤਾ ਤੇ ਕੁਝ ਚੀਜ਼ਾਂ ਵੀ ਉਹਨਾਂ ਨੂੰ ਮਿਲੀਆਂ, ਪਰ ਉਹਨਾਂ ਦੇ ਹੱਥ ਗਨ ਨਹੀਂ ਲੱਗੀ। ਹੁਣ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਕਾਰਵਾਈ ਕਰਦਿਆਂ ਟੀਨੇਜਰ ਉੱਪਰ ਚਾਰਜਸ ਲਗਾਏ ਗਏ ਨੇ। ਟੈਕਸਸ ਦੇ ਸਕੂਲ ਵਿੱਚ ਜੋ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ, ਉਸ ਨਾਲ ਜੁੜੇ ਹੋਏ ਸ਼ੂਟਰ ਦੀ ਦਾਦੀ ਹਸਪਤਾਲ ਵਿੱਚ ਹੈ। ਇਸ ਸਮੇਂ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਾਦੀ ਦੀ ਸਰਜਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੁਝ ਬੱਚੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਦੱਸੇ ਜਾ ਰਹੇ ਨੇ। ਹੁਣ ਤੱਕ ਇਸ ਬਾਰੇ ਕੀ ਅਪਡੇਟ ਸਾਹਮਣੇ ਆਈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚਲਾਉਣ ਵਾਲੇ ਸੈਲਵਾਡੋਰ ਦੀ ਦਾਦੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸਰਜਰੀ ਤੋਂ ਬਾਅਦ ਉਸ ਦੀ ਦਾਦੀ ਦੀ ਕੀ ਸਥਿਤੀ ਹੈ, ਇਸ ਬਾਰੇ ਹੁਣ ਪੁਲਿਸ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਦਾਦੀ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਅਜੇ ਵੀ ਉਹ ਹਸਪਤਾਲ ਵਿੱਚ ਹੈ। ਉਹ ਅਜੇ ਕੁਝ ਵੀ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ। ਦੱਸ ਦਈਏ ਕਿ ਸੈਲਵਾਡੋਰ ਵੱਲੋਂ ਟੈਕਸਸ ਦੇ ਸਕੂਲ ਵਿੱਚ ਗੋਲੀਆਂ ਚਲਾਉਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਹੀ ਗੋਲੀ ਮਾਰ ਦਿੱਤੀ ਗਈ ਸੀ। 66 ਸਾਲਾ ਇਸ ਦਾਦੀ ਦੇ ਚਿਹਰੇ ਤੇ ਉਸਨੇ ਗੋਲੀ ਮਾਰੀ, ਜਿਸ ਬਾਰੇ ਉਸਨੇ ਫੇਸਬੁੱਕ ਦੇ ਉੱਪਰ ਇੱਕ ਸੁਨੇਹਾ ਵੀ ਲਿਖਿਆ ਸੀ। ਉਸ ਦੀ ਦਾਦੀ ਦੀ ਸਰਜਰੀ ਹੋਈ ਹੈ, ਜਿਸ ਤੋਂ ਬਾਅਦ ਅਜੇ ਵੀ ਹਸਪਤਾਲ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸੈਲਵਾਡੋਰ ਵੱਲੋਂ ਟੈਕਸਸ ਦੇ ਸਕੂਲ ਵਿੱਚ ਜੋ ਗੋਲੀਆਂ ਚਲਾਈਆਂ ਗਈਆਂ, ਉਸਨੇ 21 ਜਾਣਿਆਂ ਦੀ ਜਾਨ ਲੈ ਲਈ, ਜਿਸ ਵਿੱਚ 2 ਅਧਿਆਪਕ ਵੀ ਸ਼ਾਮਿਲ ਸਨ ਤੇ ਬਾਕੀ ਵਿਦਿਆਰਥੀ ਦੱਸੇ ਗਏ। ਜਵਾਬੀ ਕਾਰਵਾਈ ਵਿੱਚ ਇਹ ਸ਼ੂਟਰ ਮਾਰਿਆ ਗਿਆ, ਪਰ ਅਮਰੀਕਾ ਤੋਂ ਆਈ ਇਸ ਗੋਲੀਬਾਰੀ ਦੀ ਘਟਨਾ ਨੇ ਹਰ ਕਿਸੇ ਦਾ ਦਿਲ ਤੋੜ ਦਿੱਤਾ। ਤਮਾਮ ਵੱਡੇ ਲੀਡਰਸ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੱਡੀ ਕਾਰਵਾਈ ਦੀ ਗੱਲ ਕਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵੇਲਾ ਆ ਗਿਆ ਹੈ ਕਿ ਅਸੀਂ ਕੁਝ ਕਰੀਏ। ਦੱਸੀਏ ਕਿ ਇਸ ਘਟਨਾ ਵਿੱਚ ਕਈ ਜਾਣੇ ਜ਼ਖਮੀ ਵੀ ਹੋਏ। ਕਈ ਬੱਚੇ ਅਜੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਜਾਣਕਾਰੀ ਮੁਤਾਬਕ 3 ਬੱਚੇ ਹਸਪਤਾਲ ਵਿੱਚ ਨੇ। 10 ਸਾਲ ਦੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 2 ਬੱਚੀਆਂ ਜਿਨ੍ਹਾਂ ਦੀ ਉਮਰ 9 ਤੋਂ 10 ਸਾਲ ਦੱਸੀ ਗਈ, ਉਹਨਾਂ ਦੀ ਹਾਲਤ ਸਥਿਰ ਦੱਸੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਸਮੇਂ-ਸਮੇਂ ਤੇ ਉਹ ਇਸ ਬਾਰੇ ਅਪਡੇਟ ਵੀ ਸਾਂਝੀ ਕਰ ਰਹੇ ਨੇ। ਇਸ ਮਾਮਲੇ ਦੀ ਹੋਰ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਵੱਲੋਂ ਤਾਜ਼ਾ ਅਪਡੇਟ ਦਿੱਤੀ ਜਾਵੇਗੀ। ਜੇਕਰ ਤੁਸੀਂ ਪੀਨਟ ਬਟਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਧਿਆਨ ਨਾਲ ਸੁਣੋ, ਕਿਉਂਕਿ ਬਹੁਤ ਸਾਰੇ ਪੀਨਟ ਬਟਰ ਦੇ ਪ੍ਰੋਡਕਟਸ ਰਿਕਾਲ ਕੀਤੇ ਗਏ। ਇਹਨਾਂ ਵਿੱਚ ਇੱਕ ਸਮੱਸਿਆ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਪੀਨਟ ਬਟਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਪਹਿਲਾਂ ਧਿਆਨ ਨਾਲ ਸੁਣ ਲਓ, ਕਿਉਂਕਿ ਕੁਝ ਪੀਨਟ ਬਟਰ ਪ੍ਰੋਡਕਟਸ ਵਿੱਚ ਹੁਣ ਗੜਬੜੀ ਪਾਈ ਗਈ ਹੈ। ਦਰਅਸਲ ਇਹ ਮਾਮਲਾ ਅਮਰੀਕਾ ਨਾਲ ਜੁੜਿਆ ਹੋਇਆ ਹੈ, ਜਿੱਥੇ ਜੇਐਮ ਸਮਕਰ ਵੱਲੋਂ ਕੁਝ ਜਿਫ ਪੀਨਟ ਬਟਰ ਪ੍ਰੋਡਕਟਸ ਨੂੰ ਰਿਕਾਲ ਕੀਤਾ ਗਿਆ। ਰਿਕਾਲ ਕਰਨ ਦਾ ਕਾਰਨ ਸੈਲਮੋਨੇਲਾ ਹੈ। ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪੀਨਟ ਬਟਰ ਉਹਨਾਂ ਵੱਲੋਂ ਦੇਸ਼ ਵਿੱਚ ਵੇਚਿਆ ਜਾਂਦਾ ਹੈ ਤੇ ਹੁਣ ਇਸ ਦੀਆਂ 45 ਕਿਸਮਾਂ ਦੇ ਪ੍ਰੋਡਕਟ ਰਿਕਾਲ ਕੀਤੇ ਗਏ ਹਨ। ਇਸ ਵਿੱਚ ਜ਼ਿਆਦਾਤਰ ਕੋਡ 1274425 ਤੋਂ ਲੈ ਕੇ 2140425 ਤੱਕ ਦੱਸੇ ਜਾ ਰਹੇ ਨੇ। ਹੁਣ ਕੰਪਨੀ ਵੱਲੋਂ ਇਸ ਸੰਬੰਧ ਵਿੱਚ ਡੀਟੇਲ ਸਾਂਝੀ ਕੀਤੀ ਗਈ ਹੈ। ਜਿਹੜੇ ਪ੍ਰੋਡਕਟਸ ਵਿੱਚ ਦਿੱਕਤ ਪਾਈ ਗਈ ਹੈ, ਉਸ ਵਿੱਚ ਕਰੀਮੀ ਅਤੇ ਕਰੰਚੀ ਪੀਨਟ ਬਟਰ ਦੋਨੋਂ ਹੀ ਸ਼ਾਮਿਲ ਹਨ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਗ੍ਰਾਹਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਕੋਲ ਇਹ ਪ੍ਰੋਡਕਟ ਹਨ ਤਾਂ ਉਹ ਇਸ ਨੂੰ ਤੁਰੰਤ ਸਿੱਟ ਦੇਣ। ਫਿਲਹਾਲ ਜੇਮਸ ਮਕਰ ਵੱਲੋਂ ਇਹ ਤਾਂ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਇਸ ਕਾਰਨ ਕਿੰਨਾ ਘਾਟਾ ਸਹਿਣਾ ਪੈ ਰਿਹਾ ਹੈ। ਹੁਣ ਇਸ ਸਭ ਤੋਂ ਬਾਅਦ FDA, CDC, ਸਟੇਟ ਐਂਡ ਲੋਕਲ ਪਾਰਟਨਰਸ ਵੱਲੋਂ ਇਸ ਸਭ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। 25 ਮਈ ਦੌਰਾਨ CDC ਵੱਲੋਂ 10 ਲੋਕਾਂ ਤੋਂ ਪੁੱਛ ਪੜਤਾਲ ਕੀਤੀ ਗਈ। ਇਨ੍ਹਾਂ ਵਿੱਚੋਂ ਕੁਝ ਅਜਿਹੇ ਸਨ ਜਿਹੜੇ ਪੀਨਟ ਬਟਰ ਖਾ ਕੇ ਬਿਮਾਰ ਪੈ ਗਏ। ਜਿਵੇਂ-ਜਿਵੇਂ ਇਸ ਦੀ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਹੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਜਿਹੜੇ ਗ੍ਰਾਹਕ ਨੇ ਰੈਸਟੋਰੈਂਟ ਅਤੇ ਰਿਟੇਲਰ, ਉਹਨਾਂ ਨੂੰ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਪੀਨਟ ਬਟਰ ਦੇ ਪ੍ਰੋਡਕਟ ਉਹਨਾਂ ਵੱਲੋਂ ਨਾ ਵੇਚੇ ਜਾਣ। ਜਿਹੜੇ ਗ੍ਰਾਹਕ ਨੇ ਉਹਨਾਂ ਵਾਸਤੇ ਵੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ। ਗ੍ਰਾਹਕਾਂ ਨੂੰ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਤਾਂ ਉਹ ਘਰ ਵਿੱਚ ਚੈੱਕ ਕਰਨ ਕਿ ਉਹਨਾਂ ਕੋਲ ਜਿਫ ਪੀਨਟ ਬਟਰ ਹੈ। ਫਿਰ ਇਸ ਦਾ ਲੋਟ ਕੋਡ ਚੈੱਕ ਕੀਤਾ ਜਾਵੇ ਜੋ ਕਿ ਜਾਰ ਦੇ ਪਿਛਲੇ ਪਾਸੇ ਲਿਖਿਆ ਹੋਇਆ ਹੈ। ਜੇਕਰ ਤੁਹਾਡੇ ਜਾਰ ਉੱਪਰ ਪਹਿਲੇ 4 ਡਿਜਿਟ 1274 ਤੋਂ 2140 ਦੇ ਵਿਚਕਾਰ ਹਨ ਅਤੇ ਇਹ 425 ਨਾਲ ਖਤਮ ਹੋ ਰਹੇ ਨੇ ਤਾਂ ਇਸ ਨੂੰ ਤੁਸੀਂ ਵਰਤੋਂ ਵਿੱਚ ਨਾ ਲਿਆਵੋ, ਇਸ ਨੂੰ ਸੁੱਟ ਦੇਵੋ, ਕਿਉਂਕਿ ਇਹੀ ਉਹ ਪ੍ਰੋਡਕਟ ਨੇ ਜਿਹੜੇ ਰਿਕਾਲ ਕੀਤੇ ਗਏ। ਬਾਈਡਨ ਪ੍ਰਸ਼ਾਸਨ ਵੱਲੋਂ ਐਲਾਨ ਕੀਤਾ ਗਿਆ ਕਿ ਬਾਰਡਰ ਉੱਪਰ ਲਗਾਈਆਂ ਪਾਬੰਦੀਆਂ ਹਟਾਈਆਂ ਜਾਣਗੀਆਂ। ਆਫੀਸ਼ੀਅਲਸ ਕਹਿੰਦੇ ਨੇ ਜੇਕਰ ਇਹਨਾਂ ਪਾਬੰਦੀਆਂ ਨੂੰ ਬਰਕਰਾਰ ਵੀ ਰੱਖਿਆ ਗਿਆ ਤਾਂ ਬਾਰਡਰ ਰਾਹੀਂ ਆਉਣ ਵਾਲਿਆਂ ਦੀ ਆਮਦ ਘੱਟ ਨਹੀਂ ਹੋਏਗੀ। ਇਸ ਤੋਂ ਇਲਾਵਾ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਕਿੰਨੇ ਜਿਹੜੇ ਆਉਣ ਵਾਲੇ ਲੋਕ ਸਨ ਉਹਨਾਂ ਨੂੰ ਬਾਰਡਰ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਬਾਈਡਨ ਪ੍ਰਸ਼ਾਸਨ ਵੱਲੋਂ ਬਾਰਡਰ ਸੰਬੰਧੀ ਜੋ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਗਿਆ, ਅਜੇ ਵੀ ਇਸ ਸੰਬੰਧ ਵਿੱਚ ਚਰਚਾ ਛਿੜੀ ਹੋਈ ਹੈ। ਕਈ ਸੂਬਿਆਂ ਵੱਲੋਂ ਇਹਨਾਂ ਪਾਬੰਦੀਆਂ ਨੂੰ ਹਟਾਉਣ ਸੰਬੰਧੀ ਵਿਰੋਧ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਬਾਰਡਰ ਤੇ ਪਾਬੰਦੀਆਂ ਜਾਰੀ ਵੀ ਰੱਖੀਆਂ ਗਈਆਂ ਤਾਂ ਇਸ ਨਾਲ ਯੂਐਸ ਮੈਕਸੀਕੋ ਬਾਰਡਰ ਦੇ ਰਾਹੀਂ ਆਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਵੇਗੀ। ਦੱਸ ਦਈਏ, ਜਦੋਂ ਤੋਂ ਹੀ ਰਾਸ਼ਟਰਪਤੀ ਜੋ ਬਾਈਡਨ ਨੇ ਬਾਰਡਰ ਸੰਬੰਧੀ ਰਾਹਤ ਦੇਣ ਦਾ ਐਲਾਨ ਕੀਤਾ, ਉਦੋਂ ਤੋਂ ਹੀ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰੈਸ਼ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਡਰ ਪੈਟਰੋਲ ਏਜੰਟਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੇ ਵੀਕਐਂਡ ਦੌਰਾਨ 500 ਦੇ ਕਰੀਬ ਮਾਈਗ੍ਰੈਂਟਸ ਨੂੰ ਹਿਰਾਸਤ ਵਿੱਚ ਲਿਆ ਹੈ। ਜ਼ੁਮਾ ਐਰੀਜ਼ੋਨਾ ਬਾਰਡਰ ਏਜੰਟਸ ਵੱਲੋਂ 24 ਘੰਟਿਆਂ ਦੌਰਾਨ 1500 ਮਾਈਗ੍ਰੈਂਟਸ ਨੂੰ ਹਿਰਾਸਤ ਵਿੱਚ ਲਿਆ, ਜਿਸ ਦੀ ਜਾਣਕਾਰੀ ਹੋਮਲੈਂਡ ਸਿਕਿਉਰਿਟੀ ਆਫੀਸ਼ੀਅਲਸ ਵੱਲੋਂ ਸਾਂਝੀ ਕੀਤੀ ਗਈ। ਇਸ ਸਭ ਤੋਂ ਬਾਅਦ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜੇਕਰ ਜਿਹੜੀਆਂ ਟਰੰਪ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਬਰਕਰਾਰ ਵੀ ਰੱਖਿਆ ਗਿਆ ਤਾਂ ਵੀ ਇਸ ਬਾਰਡਰ ਰਾਹੀਂ ਆਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਵੇਗੀ। ਮੌਂਕੀਪੌਕਸ ਵਾਇਰਸ ਨਾਲ ਜੁੜੇ ਹੋਏ ਮਾਮਲੇ ਵੱਖ-ਵੱਖ ਦੇਸ਼ਾਂ ਵਿੱਚ ਦਰਜ ਕੀਤੇ ਜਾ ਰਹੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਲਗਾਤਾਰ ਇਸ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ WHO ਦਾ ਇਸ ਬਾਰੇ ਕੀ ਕਹਿਣਾ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕਈ ਦੇਸ਼ਾਂ ਵਿੱਚ ਹੁਣ ਤੱਕ ਮੌਂਕੀਪੌਕਸ ਵਾਇਰਸ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਲਗਾਤਾਰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਇਰਸ ਨਾਲ ਜੁੜੀ ਹੋਈ ਸਰਵੇਲੈਂਸ ਦੀ ਅਜੇ ਹੋਰ ਜ਼ਰੂਰਤ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਵਾਇਰਸ ਨਾਲ ਜੁੜੇ ਹੁਣ ਤੱਕ 200 ਦੇ ਕਰੀਬ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਇਸ ਤੋਂ ਇਲਾਵਾ 100 ਸਸਪੈਕਟਡ ਕੇਸਿਸ ਵੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਮੌਂਕੀਪੌਕਸ ਵਾਇਰਸ ਨੂੰ ਮਾਈਲਡ ਵਾਇਰਲ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ, ਜਿਸ ਨਾਲ ਜੁੜੇ ਹੋਏ ਮਾਮਲੇ ਕਈ ਦੇਸ਼ਾਂ ਵਿੱਚ ਦਰਜ ਕੀਤੇ ਜਾ ਚੁੱਕੇ ਨੇ। ਇਸ ਬਾਰੇ WHO ਲਗਾਤਾਰ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਨੂੰ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹਨਾਂ ਕੇਸਿਸ ਸੰਬੰਧੀ ਜ਼ਿਆਦਾ ਸਰਵੇਲੈਂਸ ਨੂੰ ਵਧਾਇਆ ਜਾਵੇ। ਕੈਨੇਡਾ, ਅਮਰੀਕਾ ਦੋਹਾਂ ਦੇਸ਼ਾਂ ਵਿੱਚ ਹੁਣ ਤੱਕ ਇਸ ਵਾਇਰਸ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਕਿਊਬਿਕ ਦੇ ਵਿੱਚ ਤਾਂ 25 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਟੋਰਾਂਟੋ ਦੇ ਵਿੱਚ 2 ਸਸਪੈਕਟਡ ਕੇਸ ਵੀ ਦੱਸੇ ਜਾ ਰਹੇ ਨੇ। 2 ਅਜਿਹੇ ਕੇਸ ਨੇ ਜਿਹੜੇ ਇਸ ਸਮੇਂ ਇਨਵੈਸਟੀਗੇਸ਼ਨ ਅਧੀਨ ਹਨ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਕਿਊਬਿਕ ਵੱਲੋਂ ਮੌਂਕੀਪੌਕਸ ਕੰਟੈਕਟਸ ਦੀ ਜਲਦ ਹੀ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ। ਸੋ ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਅਮਰੀਕਾ ਤੋਂ ਖਾਸ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇਣਾ ਨੂੰ ਦਿਓ ਇਜਾਜ਼ਤ।